Good morning students. I hope you all are very well and ਮੈਨੂੰ ਉਮੀਦ ਹੈ ਕਿ ਜਿਹੜੇ ਤੁਹਾਨੂੰ ਲਾਸਟ ਵੀਕ ਮੈਂ ਤੁਹਾਨੂੰ ਟੌਪਿਕਸ ਕਰਵਾਏ ਸੀਗੇ ਉਹ ਤੁਸੀਂ ਚੰਗੀ ਤਰ੍ਹਾਂ ਕਰ ਲਏ ਹੋਣਗੇ। ਅਸੀਂ ਕਰ ਰਹੇ ਸੀਗੇ ਚੈਪਟਰ ਨੰਬਰ 12 ਪਾਵਰ ਐਂਡ ਐਕਸਪੋਨੈਂਟਸ ਅਤੇ ਅਸੀਂ ਇਸ ਦੇ 2-3 ਟੌਪਿਕ ਜੋ ਡਿਸਕਸ ਕੀਤੇ ਸੀਗੇ ਉਹਦੇ ਵਿੱਚ ਪਹਿਲਾਂ ਸੀਗਾ ਕਿ ਨੈਗੇਟਿਵ ਐਕਸਪੋਨੈਂਟ ਕਿਆ ਹੁੰਦੇ ਨੇ ਅਤੇ ਅਸੀਂ ਉਸ ਨੂੰ ਕਿਸ ਤਰ੍ਹਾਂ ਐਕਸਪ੍ਰੈਸ ਕਰਨਾ ਅਤੇ ਕਿਸ ਤਰ੍ਹਾਂ ਉਸ ਨੂੰ ਅੱਗੇ ਫਰਦਰ ਸੋਲਵ ਕਰਨਾ। ਸੈਕਿੰਡ ਅਸੀਂ ਡਿਸਕਸ ਕੀਤੇ ਸੀਗੇ ਲਾਜ਼ ਆਫ ਐਕਸਪੋਨੈਂਟਸ ਜਿਹਦੇ ਵਿੱਚ ਅਸੀਂ 2 ਲਾਜ਼ ਨੂੰ ਅੱਛੀ ਤਰ੍ਹਾਂ ਕੀਤਾ ਸੀਗਾ ਅਤੇ ਉਹਦੇ ਵਿੱਚੋਂ ਪਹਿਲਾ ਲਾਅ ਜੋ ਤੁਹਾਨੂੰ ਹੁਣ ਵੀ ਸਕਰੀਨ 'ਤੇ ਦਿਖਾਈ ਦੇ ਰਿਹਾ ਦੈਟ ਇਜ਼ a raised to power m into a raised to power n is equal to a raised to power m plus n ਅਤੇ ਸੈਕਿੰਡ ਲਾਅ ਜੋ ਅਸੀਂ ਕੀਤਾ ਸੀਗਾ ਉਹ ਹੈ a raised to power m divided by a raised to power n that is equal to a raised to power m minus n। ਤਾਂ ਥੋੜ੍ਹਾ ਜਿਹਾ ਮੈਂ ਤੁਹਾਨੂੰ ਇਹਨਾਂ ਲਾਅਜ਼ ਦੇ ਬਾਰੇ ਦੁਬਾਰਾ ਦੱਸ ਰਹੀ ਹਾਂ। ਇਹਨਾਂ ਲਾਅਜ਼ ਦੇ ਵਿੱਚ ਕਿਆ ਹੋ ਰਿਹਾ ਹੈ ਕਿ ਸਾਡੇ ਕੋਲ ਜੋ ਐਕਸਪੋਨੈਂਟਸ ਗਿਵਨ ਨੇ ਉਹਨਾਂ ਦੀ ਬੇਸ ਤੁਹਾਨੂੰ ਦਿਖਾਈ ਦੇ ਰਿਹਾ ਸੇਮ ਨੇ, ਠੀਕ ਹੈ ਜੀ, ਅਤੇ ਪਾਵਰਸ ਨੇ ਉਹ ਡਿਫਰੈਂਟ ਨੇ ਬਟ ਇਹਨਾਂ ਦੇ ਵਿਚਕਾਰ ਪਹਿਲੇ ਲਾਅ ਦੇ ਵਿੱਚ ਦੇਖੋ ਸਾਈਨ ਹੈਗਾ ਮਲਟੀਪਲਾਈ ਦਾ, ਤਾਂ ਇਹ ਕਿਸ ਦੇ ਇਕੁਅਲ ਹੁੰਦਾ? ਬੇਸ ਨੂੰ ਇੱਕ ਵਾਰੀ ਲਿਖ ਲੈਣਾ, ਜੋ ਮਲਟੀਪਲਾਈ ਜੇ ਇਹਨਾਂ ਦੇ ਵਿਚਕਾਰ ਹੋ ਰਿਹਾ ਤਾਂ ਉਹ ਕਿਆ ਹੋ ਜਾਏਗਾ? ਪਾਵਰਸ ਦੀ ਐਡੀਸ਼ਨ ਹੋ ਜਾਏਗੀ, ਠੀਕ ਹੈ। ਸੈਕਿੰਡ ਆਪਣੇ ਕੋਲ ਕਿਆ ਹੈ? ਬੇਸ ਸੇਮ ਹੈ ਅਤੇ ਇਹਨਾਂ ਐਕਸਪੋਨੈਂਟਸ ਦੇ ਵਿਚਕਾਰ ਜੋ ਨਿਸ਼ਾਨ ਹੈ ਉਹ ਤੁਹਾਨੂੰ ਦਿਖਾਈ ਦੇ ਰਿਹਾ ਡਿਵਾਈਡ ਦਾ, ਤਾਂ ਅਸੀਂ ਇੱਕ ਵਾਰੀ ਬੇਸ ਲਿਖ ਲਵਾਂਗੇ ਅਤੇ ਅਸੀਂ ਪਾਵਰਸ ਨੂੰ ਇੱਥੇ ਕਿਆ ਕਰਾਂਗੇ? ਸਬਟਰੈਕਟ ਕਰ ਦਾਂਗੇ। ਤਾਂ ਯਾਦ ਰੱਖਣ ਵਾਲੀ ਗੱਲ ਇਹੀ ਹੈ ਦੋਨੋਂ ਲਾਅਜ਼ ਦੇ ਵਿੱਚ, ਇਫ ਦ ਬੇਸ ਆਫ ਐਕਸਪੋਨੈਂਟਸ ਇਜ਼ ਸੇਮ, ਬੇਸ ਸੇਮ ਹੋਵੇ ਅਤੇ ਜੇ ਮਲਟੀਪਲਾਈ ਦਾ ਸਾਈਨ ਆ ਰਿਹਾ ਦੈਨ ਅਸੀਂ ਕਿਆ ਕਰਾਂਗੇ? ਬੇਸ ਨੂੰ ਇੱਕ ਵਾਰੀ ਲਿਖ ਕੇ ਪਾਵਰਸ ਨੂੰ ਕੀ ਕਰ ਦੇਵਾਂਗੇ? ਐਡ ਕਰ ਦੇਵਾਂਗੇ। ਅਤੇ ਜੇ ਦੋਨੋਂ ਐਕਸਪੋਨੈਂਟਸ ਦਾ ਬੇਸ ਸੇਮ ਹੈ ਅਤੇ ਵਿਚਕਾਰ ਡਿਵਾਈਡ ਦਾ ਸਾਈਨ ਆ ਰਿਹਾ ਦੈਨ ਅਸੀਂ ਇੱਕ ਵਾਰੀ ਬੇਸ ਲਿਖ ਕੇ ਪਾਵਰਸ ਨੂੰ ਕਿਆ ਕਰਾਂਗੇ? ਸਬਟਰੈਕਟ ਕਰ ਦਾਂਗੇ, ਠੀਕ ਹੈ ਜੀ। ਤਾਂ ਇਹ ਆਪਣੇ ਕੋਲ ਲਾਅਜ਼ ਨੇ ਜਿਹੜੇ ਅਸੀਂ ਅੱਛੀ ਤਰ੍ਹਾਂ ਡਿਸਕਸ ਕਰ ਲਏ ਸੀਗੇ ਅਤੇ ਇਹਨਾਂ ਨਾਲ ਰਿਲੇਟਿਡ ਕੁਐਸਚਨਸ ਵੀ ਅਸੀਂ ਸੋਲਵ ਕਰ ਲਏ ਸੀਗੇ। ਹੁਣ ਅਸੀਂ ਜੋ ਅੱਜ ਲਾਅ ਡਿਸਕਸ ਕਰਨ ਜਾ ਰਹੇ ਹਾਂ ਐਕਸਪੋਨੈਂਟਸ ਦਾ ਉਹ ਹੈਗਾ a raised to power m multiplied by b raised to power m is equal to a multiplied by b raised to power m। ਤਾਂ ਇੱਥੇ ਹੁਣ ਡਿਫਰੈਂਸ ਕਿਆ ਆ ਰਿਹਾ? ਡਿਫਰੈਂਸ ਇਹੀ ਹੈ ਕਿ ਪਹਿਲੇ 2 ਲਾਅਜ਼ ਜਿਹੜੇ ਕੀਤੇ ਸੀ ਉਹਨਾਂ ਵਿੱਚ ਬੇਸ ਸੇਮ ਸੀ, ਪਾਵਰਸ ਡਿਫਰੈਂਟ ਸੀਗੀਆਂ। ਇੱਥੇ ਕਿਆ ਹੋ ਰਿਹਾ? ਪਾਵਰਸ ਜਿਹੜੀਆਂ ਨੇ ਦੋਨੋਂ ਐਕਸਪੋਨੈਂਟਸ ਦੀਆਂ ਉਹ ਸੇਮ ਆ ਰਹੀਆਂ ਨੇ ਬਟ ਜੋ ਬੇਸ ਹੈ ਉਹ ਡਿਫਰੈਂਟ ਹੈ। ਪਹਿਲੇ ਦਾ ਐਕਸਪੋਨੈਂਟ ਦਾ ਬੇਸ a ਹੈ, ਦੂਜੇ ਐਕਸਪੋਨੈਂਟ ਦਾ ਬੇਸ ਕਿਆ ਆ ਰਿਹਾ? b। ਤਾਂ ਇਹ ਕਿਸ ਦੇ ਇਕੁਅਲ ਹੋ ਜਾਏਗਾ? ਇੱਥੇ ਅਸੀਂ ਪਾਵਰ ਨੂੰ ਇੱਕ ਵਾਰੀ ਲਿਖਾਂਗੇ m, ਇੱਥੇ ਦੋਨੋਂ ਜਿਹੜੇ ਬੇਸ ਆ ਰਹੇ ਆ ਉਹਨਾਂ ਨੂੰ ਅਸੀਂ ਮਲਟੀਪਲਾਈ ਕਰ ਦਾਂਗੇ, ਠੀਕ ਹੈ। ਜਦੋਂ ਸਾਡੇ ਕੋਲ ਬੇਸ ਆਫ ਦ ਐਕਸਪੋਨੈਂਟਸ ਡਿਫਰੈਂਟ ਹੁੰਦੇ ਨੇ ਅਤੇ ਆਪਣੇ ਕੋਲ ਪਾਵਰ ਸੇਮ ਹੈ ਅਤੇ ਸਾਈਨ ਦੋਨਾਂ ਦੇ ਵਿਚਕਾਰ ਮਲਟੀਪਲਾਈ ਦਾ, ਤਾਂ ਅਸੀਂ ਕਿਆ ਕਰਾਂਗੇ? ਦੋਨਾਂ ਦੇ ਬੇਸ ਨੂੰ ਉਠਾ ਲਾਂਗੇ। ਬੇਸ ਨੂੰ ਉਠਾ ਕੇ ਅਸੀਂ ਕਿਆ ਕਰਨਾ ਹੈ? ਬੇਸ ਦੀ ਮਲਟੀਪਲਾਈ ਕਰ ਦਾਂਗੇ ਅਤੇ ਜੋ ਪਾਵਰ ਹੈ ਅਸੀਂ ਉਸ ਨੂੰ ਉੱਪਰ ਲਿਖ ਦਾਂਗੇ, ਠੀਕ ਹੈ ਜੀ। ਤਾਂ ਇਹ ਲਾਅ ਨੂੰ ਆਪਾਂ ਅੱਛੀ ਤਰ੍ਹਾਂ ਸਮਝਣ ਵਾਸਤੇ ਇੱਕ ਕੁਐਸਚਨ ਸੋਲਵ ਕਰਦੇ ਹਾਂ। ਉਹ ਕੁਐਸਚਨ ਹੈ ਕਿ 5 raised to power minus 3 ਮਲਟੀਪਲਾਈਡ ਬਾਏ 4 raised to power minus 3, ਇਸ ਨੂੰ ਅਸੀਂ ਸੋਲਵ ਕਰਨਾ, ਠੀਕ ਹੈ। ਅਤੇ ਇੱਥੇ ਤੁਹਾਨੂੰ ਦੇਖੋ ਫਸਟ ਜੋ ਐਕਸਪੋਨੈਂਟ ਹੈ ਉਹਦੀ ਪਾਵਰ ਕਿਆ ਹੈ? -3 ਹੈ, ਬੇਸ 5 ਹੈ। ਸੈਕਿੰਡ ਐਕਸਪੋਨੈਂਟ ਦੀ ਜੋ ਪਾਵਰ ਹੈ ਉਹ -3 ਹੈ ਅਤੇ ਬੇਸ ਕਿਆ ਹੈ? 4। ਤਾਂ ਤੁਸੀਂ ਦੇਖ ਰਹੇ ਹੋ ਕਲੀਅਰਲੀ ਕਿ ਦੋਨੋਂ ਐਕਸਪੋਨੈਂਟਸ ਦੀਆਂ ਪਾਵਰਸ ਨੇ ਉਹ ਸੇਮ ਨੇ ਬਟ ਬੇਸ ਜੋ ਹੈ ਡਿਫਰੈਂਟ ਨੇ। ਤਾਂ ਹੁਣ ਆਪਾਂ ਲਾਅ ਜੋ ਕਰਕੇ ਆਏ ਹਾਂ ਉਹ ਇਹੀ ਲਾਅ ਹੈ ਨਾ, ਜਦੋਂ ਸਾਡੇ ਕੋਲ ਬੇਸ ਡਿਫਰੈਂਟ ਹੁੰਦੇ ਨੇ ਅਤੇ ਪਾਵਰ ਸੇਮ ਹੁੰਦੀ ਹੈ ਦੋਨੋਂ ਦੇ ਐਕਸਪੋਨੈਂਟਸ 'ਚ ਮਲਟੀਪਲਾਈ ਦਾ ਸਾਈਨ ਹੁੰਦਾ। ਤਾਂ ਇਹਨੂੰ ਅਸੀਂ ਕਿਵੇਂ ਸੋਲਵ ਕਰਾਂਗੇ? ਇਹਨੂੰ ਸੋਲਵ ਕਰਨ ਦੇ ਲਈ ਦੋਨਾਂ ਦੇ ਬੇਸ ਨੂੰ ਇੱਕ ਬ੍ਰੈਕਟ ਵਿੱਚ ਲਿਖ ਕੇ ਮਲਟੀਪਲਾਈ ਕਰ ਦੇਣੀ ਹੈ ਅਤੇ ਉਹਦੀ ਪਾਵਰ ਕਿਆ ਆ ਜਾਣੀ ਹੈ? -3। ਮਤਲਬ ਜੋ ਪਾਵਰ ਆ ਰਹੀ ਸੀਗੀ ਜਿਹੜੀ ਸੇਮ ਪਾਵਰ ਸੀ ਉਹਨੂੰ ਇੱਕ ਵਾਰ ਲਿਖ ਦੇਣਾ, ਠੀਕ ਹੈ।
ਤਾਂ ਹੁਣ ਤੁਹਾਨੂੰ ਪਤਾ 5 ਤੇ 4 ਨੂੰ ਮਲਟੀਪਲਾਈ ਕਰਕੇ ਕਿੰਨਾ ਆਏਗਾ 20 ਆਏਗਾ। ਤਾਂ ਆਪਣੇ ਕੋਲ ਕਿੰਨਾ ਬਣ ਗਿਆ 20 ਰੇਜ਼ ਟੂ ਪਾਵਰ -3। ਹੁਣ ਜਦੋਂ ਨੈਗੇਟਿਵ ਐਕਸਪੋਨੈਂਟ ਹੁੰਦਾ ਅਸੀਂ ਉਹਨੂੰ ਕਿਵੇਂ ਐਕਸਪ੍ਰੈਸ ਕਰਦੇ ਹਾਂ, ਇਹ ਅਸੀਂ ਲਾਸਟ ਲੈਕਚਰ 'ਚ ਆਪਣੇ ਡਿਸਕਸ ਕੀਤਾ ਸੀ ਕਿ ਜੇ ਨੈਗੇਟਿਵ ਐਕਸਪੋਨੈਂਟ ਹੈ ਅਸੀਂ ਉਸ ਨੂੰ ਲਿਖ ਸਕਦੇ ਹਾਂ 1 ਓਵਰ ਕਰਕੇ, ਠੀਕ ਹੈ 1/20 ਰੇਜ਼ ਟੂ ਪਾਵਰ 3। ਜਦੋਂ ਅਸੀਂ 1 ਅਪੋਨ ਕਰਦੇ ਹਾਂ ਨਾ ਨੈਗੇਟਿਵ ਐਕਸਪੋਨੈਂਟ ਨੂੰ ਐਕਸਪ੍ਰੈਸ ਕਰਦੇ ਹਾਂ ਤਾਂ 1 ਓਵਰ ਕਰਦੇ ਹਾਂ ਤਾਂ ਇਹਦੀ ਪਾਵਰ ਜੋ ਹੈ ਉਹ ਪੋਜ਼ੀਟਿਵ ਬਣ ਜਾਂਦੀ ਹੈ, ਠੀਕ ਹੈ। ਹੁਣ ਇਹਨੂੰ ਬਹੁਤ ਹੀ ਈਜ਼ੀ ਹੋ ਗਿਆ ਸੋਲਵ ਕਰਨਾ। ਜਿੰਨੀ ਪਾਵਰ ਹੈ ਅਸੀਂ ਓਨੀ ਵਾਰੀ ਬੇਸ ਨੂੰ ਮਲਟੀਪਲਾਈ ਕਰ ਦੇਣਾ ਤਾਂ ਸਾਡੇ ਕੋਲ ਕਿੰਨਾ ਆ ਗਿਆ 1/20 ਮਲਟੀਪਲਾਈਡ ਬਾਈ 20 ਮਲਟੀਪਲਾਈਡ ਬਾਈ 20, ਠੀਕ ਹੈ। ਜਦੋਂ ਅਸੀਂ 20 ਨੂੰ 3 ਵਾਰੀ ਮਲਟੀਪਲਾਈ ਕਰਾਂਗੇ ਵੀ ਵਿਲ ਗੈਟ 1/8000। ਇਹ ਸਾਡਾ ਆਨਸਰ ਹੈ, ਠੀਕ ਹੈ। ਤਾਂ ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਕੁਐਸਚਨ ਅੱਛੀ ਤਰ੍ਹਾਂ ਸਮਝ ਆ ਗਿਆ ਹੋਵੇਗਾ। ਅਤੇ ਹੁਣ ਆਪਾਂ ਇਸ ਦੇ ਨਾਲ ਜੋ ਐਕਸਪੋਨੈਂਟ ਦਾ ਚੌਥਾ ਲਾਅ ਹੈ ਉਹਨੂੰ ਡਿਸਕਸ ਕਰਾਂਗੇ। ਇਹ ਲਾਅ ਦੇ ਵਿੱਚ ਤਾਂ ਸਾਡੀ ਕਲੈਰਿਟੀ ਹੋਊਗੀ ਕਿ ਜਦੋਂ ਬੇਸ ਡਿਫਰੈਂਟ ਹੁੰਦਾ ਐਕਸਪੋਨੈਂਟ ਦਾ ਪਾਵਰਸ ਜਿਹੜੀ ਹੈ ਸੇਮ ਹੈ ਤਾਂ ਅਸੀਂ ਬੇਸ ਜਿਹੜੇ ਨੇ ਐਕਸਪੋਨੈਂਟ ਦੇ ਉਹਨਾਂ ਨੂੰ ਮਲਟੀਪਲਾਈ ਕਰਕੇ ਉਹਦੀ ਪਾਵਰ ਲਿਖ ਦਾਂਗੇ ਜੋ ਕਿ ਕਾਮਨ ਆ ਰਹੀ ਸੀ। ਉਸ ਤੋਂ ਬਾਅਦ ਜੇ ਆਪਣੇ ਕੋਲ ਪਾਵਰ ਨੈਗੇਟਿਵ ਹੈ ਤਾਂ ਆਪਾਂ ਉਹਨੂੰ ਸੋਲਵ ਕਰਨ ਦੇ ਲਈ 1 ਦੇ ਅਪੋਨ ਕਰ ਲਵਾਂਗੇ। ਦੈਨ ਉਸਨੂੰ ਜਿੰਨੀ ਪਾਵਰ ਹੈ ਉਨੇ ਵਾਰ ਅਸੀਂ ਮਲਟੀਪਲਾਈ ਕਰਕੇ ਸਾਡਾ ਆਨਸਰ ਆ ਜਾਏਗਾ। ਬਹੁਤ ਈਜ਼ੀ ਟੋਪਿਕ ਹੈ ਇਹ, ਠੀਕ ਹੈ ਜੀ। ਇਸ ਤੋਂ ਬਾਅਦ ਅਸੀਂ ਨੈਕਸਟ ਜੋ ਲਾਅ ਹੈ ਆਪਣਾ ਐਕਸਪੋਨੈਂਟਸ ਦਾ ਉਹਨੂੰ ਅਸੀਂ ਡਿਸਕਸ ਕਰਾਂਗੇ। ਉਹ ਲਾਅ ਸਾਡੇ ਕੋਲ ਕਿਆ ਕਹਿ ਰਿਹਾ ਹੈ a ਰੇਜ਼ ਟੂ ਪਾਵਰ m ਡਿਵਾਈਡਿਡ ਬਾਈ b ਰੇਜ਼ ਟੂ ਪਾਵਰ m। ਇੱਥੇ ਹੁਣ ਦੇਖੋ ਥਰਡ ਲਾਅ ਦੇ ਵਿੱਚ ਮਲਟੀਪਲਾਈ ਸੀ, ਫੋਰਥ ਲਾਅ ਦੇ ਵਿੱਚ ਮਲਟੀਪਲਾਈ ਦੀ ਜਗ੍ਹਾ 'ਤੇ ਡਿਵਾਈਡ ਆ ਗਿਆ, ਬਾਕੀ ਸੇਮ ਹੈ। ਤਾਂ ਇਜ਼ ਇਕੁਅਲ ਟੂ ਕਿਆ ਹੋ ਜਾਏਗਾ a ਡਿਵਾਈਡਿਡ ਬਾਈ b ਰੇਜ਼ ਟੂ ਪਾਵਰ m, ਠੀਕ ਹੈ। ਅਤੇ ਇਹਦੇ ਵਿੱਚ ਵੀ ਕਿਆ ਆ ਰਿਹਾ ਸਾਡੇ ਕੋਲ ਬੇਸ ਜੋ ਹੈ ਦੋਨੋਂ ਐਕਸਪੋਨੈਂਟਸ ਦਾ ਉਹ ਡਿਫਰੈਂਟ ਹੈ ਬਟ ਪਾਵਰ ਜੋ ਆ ਰਹੀ ਹੈ ਦੋਨੋਂ ਐਕਸਪੋਨੈਂਟਸ ਦੀ ਉਹ ਸੇਮ ਹੈ। ਅਤੇ ਵਿਚਕਾਰ ਦੋਨਾਂ ਦੇ ਜੋ ਸਾਈਨ ਆ ਰਿਹਾ ਦੈਟ ਇਜ਼ ਡਿਵਾਈਡ। ਦੈਨ ਇਹ ਸਾਡੇ ਕੋਲ ਕਿਆ ਆ ਜਾਏਗਾ a ਡਿਵਾਈਡਿਡ ਬਾਈ b ਰੇਜ਼ ਟੂ ਪਾਵਰ m। ਮਤਲਬ ਜੇ ਸਾਡੇ ਕੋਲ ਡਿਫਰੈਂਟ ਬੇਸ ਹੋਣਗੇ ਪਾਵਰ ਸੇਮ ਆ ਰਹੀ ਹੈ ਤਾਂ ਅਸੀਂ ਦੋਨੋਂ ਬੇਸ ਨੂੰ ਲੈ ਕੇ ਪਹਿਲਾਂ ਡਿਵਾਈਡ ਕਰ ਦੇਣਾ। ਡਿਵਾਈਡ ਕਰਨ ਤੋਂ ਬਾਅਦ ਅਸੀਂ ਉਸ ਦੀ ਪਾਵਰ ਕਿਆ ਲਗਾਵਾਂਗੇ ਜੋ ਸਾਡੀ ਕਾਮਨ ਪਾਵਰ ਆ ਰਹੀ ਸੀ ਦੋਨਾਂ ਦੀ, ਠੀਕ ਹੈ a ਡਿਵਾਈਡਿਡ ਬਾਈ b ਰੇਜ਼ ਟੂ ਪਾਵਰ m। ਹੁਣ ਇਹੀ ਲਾਅ ਨੂੰ ਅਸੀਂ ਅਨਦਰ ਫਾਰਮ ਦੇ ਵਿੱਚ ਵੀ ਲਿਖ ਸਕਦੇ ਹਾਂ। ਉਹਦੇ ਅਕੋਰਡਿੰਗ ਕਿਆ ਹੈ ਜੋ ਡਿਵਾਈਡ ਹੈ ਉਹ ਕਿਆ ਬਣ ਜਾਏਗਾ ਓਵਰ, ਮਤਲਬ ਵਟਾ, ਠੀਕ ਹੈ ਜੀ। ਤਾਂ ਜੋ ਡਿਵਾਈਡ ਹੈ ਉਸਨੂੰ ਅਸੀਂ ਕਿਵੇਂ ਲਿਖ ਸਕਦੇ ਹਾਂ a ਰੇਜ਼ ਟੂ ਪਾਵਰ m ਓਵਰ b ਰੇਜ਼ ਟੂ ਪਾਵਰ m, ਠੀਕ ਹੈ। ਅਤੇ ਸਾਡੇ ਕੋਲ ਰਾਈਟ ਹੈਂਡ ਸਾਈਡ ਦੇ ਉੱਤੇ ਵੀ ਇਸੇ ਤਰ੍ਹਾਂ ਬਣ ਜਾਏਗਾ a ਡਿਵਾਈਡਿਡ ਬਾਈ b ਸੀ ਨਾ, ਉਹ ਬਣ ਜਾਏਗਾ a ਅਪੋਨ b। ਤਾਂ ਸੈਕਿੰਡ ਫਾਰਮ ਆਫ ਦਿਸ ਲਾਅ ਕਿਆ ਬਣ ਗਈ a ਰੇਜ਼ ਟੂ ਪਾਵਰ m ਡਿਵਾਈਡਿਡ ਬਾਈ b ਰੇਜ਼ ਟੂ ਪਾਵਰ m ਇਜ਼ ਇਕੁਅਲ ਟੂ a ਅਪੋਨ b ਰੇਜ਼ ਟੂ ਪਾਵਰ m। ਤਾਂ ਤੁਹਾਨੂੰ ਜੋ ਕੁਐਸਚਨ ਨੇ ਐਗਜ਼ਾਮ ਦੇ ਵਿੱਚ ਸੈਕਿੰਡ ਫਾਰਮ ਦੇ ਵਿੱਚ ਜ਼ਿਆਦਾਤਰ ਮਿਲਣਗੇ, ਇਸ ਲਈ ਅਸੀਂ ਆਪਾਂ 1-2 ਕੁਐਸਚਨ ਨੂੰ ਡਿਸਕਸ ਕਰਾਂਗੇ। ਜੋ ਪਹਿਲਾਂ ਜਿਹੜੀ ਆਪਣੇ ਕੋਲ ਇਸ ਲਾਅ ਦੀ ਫਸਟ ਫਾਰਮ ਜੋ ਸਟੈਂਡਰਡ ਫਾਰਮ ਹੈ ਉਹਦੇ ਵਿੱਚ ਹੋਏਗਾ, ਅਤੇ ਸੈਕਿੰਡ ਜੋ ਕੁਐਸਚਨ ਆਪਾਂ ਜੋ ਇਸ ਦੀ ਅਸੀਂ ਅਨਦਰ ਫਾਰਮ ਕੀਤੀ ਹੈ ਇਸ ਲਾਅ ਦੀ ਉਸ ਫਾਰਮ 'ਚ ਹੋਏਗਾ। ਅਸੀਂ ਇਹਨਾਂ ਨੂੰ 1 ਬਾਏ 1 ਡਿਸਕਸ ਕਰਦੇ ਹਾਂ। ਹਾਂਜੀ, ਹੁਣ ਅਸੀਂ ਸਟਾਰਟ ਕਰਦੇ ਹਾਂ ਆਪਣੇ ਕੁਐਸਚਨ ਦੇ ਨਾਲ। ਤੁਹਾਨੂੰ ਸਕਰੀਨ ਦੇ ਉੱਤੇ ਕੁਐਸਚਨ ਦਿਖਾਈ ਦੇ ਰਿਹਾ। ਇਸ ਕੁਐਸਚਨ ਦੇ ਵਿੱਚ ਤੁਹਾਨੂੰ ਕਿਆ ਪਤਾ ਚੱਲ ਰਿਹਾ ਕਿ ਸਾਡੇ ਕੋਲ ਗਿਵਨ ਹੈ 10 ਰੇਜ਼ ਟੂ ਪਾਵਰ -2 ਡਿਵਾਈਡਿਡ ਬਾਏ 5 ਰੇਜ਼ ਟੂ ਪਾਵਰ -2, ਠੀਕ ਹੈ ਜੀ। ਇਹਦੇ ਵਿੱਚ ਸਾਡੇ ਕੋਲ 2 ਐਕਸਪੋਨੈਂਟਸ ਨੇ, ਨੈਗੇਟਿਵ ਐਕਸਪੋਨੈਂਟਸ ਦੇ ਡਿਵੀਜ਼ਨ ਬਾਰੇ ਨੂੰ ਸੋਲਵ ਕਰਨ ਦੇ ਲਈ ਕਿਹਾ ਗਿਆ ਹੈ। ਸਭ ਤੋਂ ਪਹਿਲਾਂ ਅਸੀਂ ਦੇਖਦੇ ਹਾਂ ਕਿ ਦੋਨੋਂ ਐਕਸਪੋਨੈਂਟਸ ਦੀ ਜੋ ਸਾਡੇ ਕੋਲ ਬੇਸ ਹੈ ਉਹ ਡਿਫਰੈਂਟ ਹੈ, ਠੀਕ ਹੈ। ਇੱਥੇ 10 ਹੈ ਬੇਸ, ਇੱਥੇ 5 ਹੈ, ਬਟ ਪਾਵਰ ਕਿਆ ਸੇਮ ਹੈ -2। ਤਾਂ ਸਾਡੇ ਕੋਲ ਫੋਰਥ ਲਾਅ ਆਫ ਐਕਸਪੋਨੈਂਟ ਦੇ ਅਕੋਰਡਿੰਗ ਅਸੀਂ ਕਿਆ ਕਰਾਂਗੇ ਬ੍ਰੈਕਟ ਦੇ ਵਿੱਚ ਲਿਖ ਕੇ ਦੋਨਾਂ ਦੀ ਬੇਸ ਦੀ ਡਿਵਾਈਡ ਕਰ ਦਾਂਗੇ, ਪਾਵਰ ਉੱਪਰ ਲਿਖ ਦਾਂਗੇ -2।
ਹੁਣ ਆਪਾਂ ਨੂੰ ਪਤਾ ਹੈ ਜਦੋਂ 10 ਨੂੰ ਅਸੀਂ 5 ਨਾਲ ਡਿਵਾਈਡ ਕਰਦੇ ਹਾਂ ਤਾਂ ਸਾਡੇ ਕੋਲ ਕਿਆ ਆਉਂਦਾ ਹੈ 2। ਤਾਂ ਇਹ ਬਣ ਗਿਆ 2 ਰੇਜ਼ ਟੂ ਪਾਵਰ -2। ਹੁਣ ਇਹ ਨੈਗੇਟਿਵ ਐਕਸਪੋਨੈਂਟ ਹੈ, ਅਸੀਂ ਇਸ ਨੂੰ ਕਿਵੇਂ ਐਕਸਪ੍ਰੈਸ ਕਰ ਸਕਦੇ ਹਾਂ 1/2 ਰੇਜ਼ ਟੂ ਪਾਵਰ 2। ਜਦੋਂ ਅਸੀਂ ਇਸ ਨੂੰ 1 ਓਵਰ ਲਿਖਦੇ ਹਾਂ ਨਾ ਤਾਂ ਪਾਵਰ ਜੋ ਹੈ ਸਾਡੀ ਪੋਜ਼ੀਟਿਵ ਬਣ ਜਾਂਦੀ ਹੈ। ਹੁਣ ਸਾਨੂੰ ਪਤਾ ਹੈ ਜਿੰਨੀ ਸਾਡੇ ਕੋਲ ਬੇਸ ਦੀ ਪਾਵਰ ਹੁੰਦੀ ਹੈ ਉਨੇ ਵਾਰ ਅਸੀਂ ਬੇਸ ਨੂੰ ਲਿਖ ਕੇ ਮਲਟੀਪਲਾਈ ਕਰਦੇ ਹਾਂ। ਸਾਡੇ ਕੋਲ ਆ ਜਾਏਗਾ 1/2 ਮਲਟੀਪਲਾਈਡ ਬਾਈ 2। ਦੋਨਾਂ ਨੂੰ ਅਸੀਂ ਮਲਟੀਪਲਾਈ ਕੀਤਾ, ਸਾਡੇ ਕੋਲ ਆਨਸਰ ਆ ਗਿਆ 1/4। ਆਈ ਹੋਪ ਤੁਹਾਨੂੰ ਇਹ ਕੁਐਸਚਨ ਕਲੀਅਰ ਹੋ ਚੁੱਕਿਆ ਹੋਏਗਾ। ਅਤੇ ਹੁਣ ਅਸੀਂ ਇਸ ਤੋਂ ਬਾਅਦ ਆਪਣੇ ਨੈਕਸਟ ਕੁਐਸਚਨ ਵੱਲ ਚੱਲਦੇ ਹਾਂ। ਇਹ ਕੁਐਸਚਨ ਸਾਨੂੰ 4th ਜੋ ਲਾਅ ਅਸੀਂ ਕੀਤਾ ਨਾ ਐਕਸਪੋਨੈਂਟਸ ਦਾ ਉਹਦੇ ਨਾਲ ਹੀ ਰਿਲੇਟਿਡ ਹੈ, ਬਟ ਜੋ ਅਸੀਂ 4th ਲਾਅ ਆਫ ਐਕਸਪੋਨੈਂਟਸ ਦੀ ਦੂਜੀ ਫਾਰਮ ਕੀਤੀ ਸੀਗੀ ਇਹ ਉਸ ਦੇ ਨਾਲ ਹੀ ਮਿਲਦਾ ਜੁਲਦਾ ਹੈ। ਇਹਦੇ ਵਿੱਚ ਤੁਹਾਨੂੰ ਸੋਲਵ ਕਰਨ ਦੇ ਲਈ ਕਿਹਾ ਗਿਆ ਹੈ 2/3 ਰੇਜ਼ ਟੂ ਪਾਵਰ -2। ਇਹ ਕੁਐਸਚਨ ਦੇਖ ਕੇ ਅਸੀਂ ਘਬਰਾਉਣਾ ਨਹੀਂ ਹੈ ਕਿ ਕਿਹੜਾ ਲਾਅ ਇਸ ਦੇ ਵਿੱਚ ਅਪਲਾਈ ਕਰਨਾ ਹੈ। ਇਹ ਅਸਲ ਦੇ ਵਿੱਚ ਡਿਵੀਜ਼ਨ ਵਾਲਾ ਹੀ ਹੈ ਕਿ ਜਦੋਂ ਸਾਡੇ ਕੋਲ ਦੋ ਐਕਸਪੋਨੈਂਟਸ ਦੀ ਬੇਸ ਸੇਮ ਨਹੀਂ ਹੁੰਦੇ ਬਟ ਪਾਵਰ ਸੇਮ ਹੁੰਦੀ ਹੈ, ਠੀਕ ਹੈ, ਅਤੇ ਡਿਵਾਈਡ ਹੋ ਰਹੀ ਹੈ। ਤਾਂ ਇਹ ਕੀ ਸਾਡੇ ਕੋਲ ਲਾਅ ਸੀ, ਦੁਬਾਰਾ ਅਸੀਂ ਇਹਨੂੰ ਦੇਖਦੇ ਹਾਂ। ਇਹ ਸਾਡੇ ਕੋਲ ਹੁੰਦਾ ਹੈ A/B ਰੇਜ਼ ਟੂ ਪਾਵਰ m ਇਜ਼ ਇਕੁਅਲ ਟੂ A ਰੇਜ਼ ਟੂ ਪਾਵਰ m ਅਪੋਨ B ਰੇਜ਼ ਟੂ ਪਾਵਰ m। ਤਾਂ ਹੁਣ ਦੇਖੋ ਤੁਹਾਡੇ ਕੋਲ ਦਿੱਤਾ ਕਿਆ ਹੋਇਆ ਸੀ 2/3 ਰੇਜ਼ ਟੂ ਪਾਵਰ -2। ਤਾਂ ਅਸੀਂ ਜੋ ਇਸ ਨੂੰ ਦੇਖਦੇ ਹਾਂ ਲਾਅ ਦੇ ਵਿੱਚ ਇਹ ਕਿਸ ਦੇ ਇਕੁਅਲ ਬਣੇਗਾ, ਪਹਿਲਾਂ ਅਸੀਂ 2 ਦੀ ਪਾਵਰ -2 ਲਗਾ ਲਾਂਗੇ ਓਵਰ 3 ਰੇਜ਼ ਟੂ ਪਾਵਰ -2। ਮਤਲਬ ਜੋ ਸਾਡਾ ਨਿਊਮੀਰੇਟਰ ਹੈ ਉਸ ਦੀ ਪਾਵਰ ਲੱਗ ਜਾਏਗੀ ਅਤੇ ਜੋ ਓਵਰ ਦੇ ਵਿੱਚ ਡਿਨੋਮੀਨੇਟਰ ਹੈ ਉਸ ਦੀ ਪਾਵਰ -2 ਲੱਗ ਜਾਏਗੀ। ਹੁਣ ਇਹ ਕਿਆ ਬਣ ਗਿਆ, ਦੋਨੋਂ ਨੈਗੇਟਿਵ ਐਕਸਪੋਨੈਂਟਸ ਨੇ, ਅਸੀਂ ਦੋਨਾਂ ਨੂੰ ਕਿਆ ਕਰਨਾ ਪੋਜ਼ੀਟਿਵ ਪਾਵਰ ਦੇ ਵਿੱਚ ਕਨਵਰਟ ਕਰਨਾ। ਤਾਂ ਉਸ ਦੇ ਲਈ ਅਸੀਂ ਕਿਆ ਕਰਦੇ ਹਾਂ, ਜਦੋਂ 2 ਰੇਜ਼ ਟੂ ਪਾਵਰ -2 ਹੈ ਇਹਨੂੰ ਅਸੀਂ ਪੋਜ਼ੀਟਿਵ ਪਾਵਰ ਦੇ ਵਿੱਚ ਕਨਵਰਟ ਕਰਦੇ ਹਾਂ ਅਤੇ ਨੀਚੇ ਆ ਜਾਏਗਾ, ਠੀਕ ਹੈ। ਜਿਹੜਾ 3 ਰੇਜ਼ ਟੂ ਪਾਵਰ -2 ਡਿਨੋਮੀਨੇਟਰ ਸੀ, ਜਦੋਂ ਅਸੀਂ ਇਸ ਨੂੰ ਪੋਜ਼ੀਟਿਵ ਪਾਵਰ ਦੇ ਵਿੱਚ ਕਨਵਰਟ ਕਰਨਾ ਹੈ, ਮਤਲਬ ਅਸੀਂ ਇਹਨੂੰ 1 ਕਰਾਂਗੇ ਤਾਂ ਇਹ ਕਿੱਥੇ ਚਲਾ ਜਾਏਗਾ, ਉੱਪਰ ਚਲਾ ਜਾਏਗਾ। ਮਤਲਬ ਇਹਨਾਂ ਦੀ ਜੋ ਪੋਜੀਸ਼ਨ ਹੈ ਉਹ ਸ਼ਿਫਟ ਹੋ ਜਾਏਗੀ। ਜਦੋਂ ਅਸੀਂ ਐਕਸਪੋਨੈਂਟਸ ਨੂੰ ਪੋਜ਼ੀਟਿਵ ਪਾਵਰ ਦੇ ਵਿੱਚ ਕਨਵਰਟ ਕਰਨਾ, ਪੋਜ਼ੀਟਿਵ ਐਕਸਪੋਨੈਂਟਸ 'ਚ ਕਨਵਰਟ ਕਰਨਾ ਤਾਂ ਉਹਦੀ ਪਲੇਸ ਚੇਂਜ ਹੋ ਗਈ। ਜੋ ਸਾਡੇ ਕੋਲ ਨਿਊਮੀਰੇਟਰ ਦਾ ਸੀ ਉਹ ਡਿਨੋਮੀਨੇਟਰ ਬਣ ਗਿਆ, ਜੋ ਡਿਨੋਮੀਨੇਟਰ ਸੀ ਉਹ ਨਿਊਮੀਰੇਟਰ ਬਣ ਗਿਆ, ਠੀਕ ਹੈ ਜੀ। ਅਤੇ ਪਾਵਰ ਇਹਨਾਂ ਦੀਆਂ ਪੋਜ਼ੀਟਿਵ ਹੋ ਗਈਆਂ ਦੋਨਾਂ ਦੀਆਂ। ਅੱਗੇ ਕੁਐਸਚਨ ਸਾਡਾ ਬਹੁਤ ਈਜ਼ੀ ਬਣ ਚੁੱਕਿਆ। ਹੁਣ 3 ਦੀ ਪਾਵਰ 2 ਇਹਦਾ ਮਤਲਬ ਕਿਆ ਹੁੰਦਾ, 3 ਨੂੰ 2 ਟਾਈਮ ਮਲਟੀਪਲਾਈ ਕਰਨਾ ਹੈ। ਅਪੋਨ ਦੇ ਵਿੱਚ ਕਿਆ ਹੈ 2 ਰੇਜ਼ ਟੂ ਪਾਵਰ 2, ਇਹਦਾ ਮਤਲਬ ਅਸੀਂ 2 ਨੂੰ 2 ਟਾਈਮ ਮਲਟੀਪਲਾਈ ਕਰਾਂਗੇ। ਸਾਡਾ ਆਨਸਰ ਕਿਆ ਆ ਜਾਏਗਾ 9/4। 3 × 3 9 ਓਵਰ 2 × 2 ਕਿਆ ਹੈ 4। ਤਾਂ ਇਹ ਸਾਡਾ ਆ ਗਿਆ 9/4। ਆਈ ਹੋਪ ਤੁਹਾਨੂੰ ਇਹ ਕੁਐਸਚਨ ਬਹੁਤ ਅੱਛੀ ਤਰੀਕੇ ਨਾਲ ਸਮਝ ਆ ਚੁੱਕਿਆ ਹੋਵੇਗਾ ਕਿ ਜਦੋਂ ਸਾਡੇ ਕੋਲ ਐਕਸਪੋਨੈਂਟ ਦੇ ਵਿੱਚ ਬੇਸ ਡਿਫਰੈਂਟ ਹੁੰਦਾ ਅਤੇ ਉਹਨਾਂ ਵਿਚਕਾਰ ਡਿਵਾਈਡ ਦਾ ਸਾਈਨ ਹੈ, ਪਾਵਰ ਸੇਮ ਹੈ, ਤਾਂ ਅਸੀਂ ਉਸ ਨੂੰ ਕਿਸ ਤਰ੍ਹਾਂ ਸੋਲਵ ਕਰਨਾ, ਠੀਕ ਹੈ ਜੀ। ਅਤੇ ਇਸ ਤੋਂ ਬਾਅਦ ਅਸੀਂ ਆਪਣੇ ਅਗਲੇ ਲਾਅ ਦੇ ਵੱਲ ਮੂਵ ਕਰਦੇ ਹਾਂ। ਜੋ ਸਾਡਾ 5th ਲਾਅ ਆਫ ਐਕਸਪੋਨੈਂਟਸ ਹੈ ਉਹ ਸਾਨੂੰ ਕਿਆ ਕਹਿ ਰਿਹਾ ਹੈ, ਸਾਨੂੰ ਸਕਰੀਨ ਦੇ ਉੱਤੇ ਦਿਖਾਈ ਦੇ ਰਿਹਾ ਹੈ। ਸਾਡੇ ਕੋਲ ਗਿਵਨ ਹੈ A ਰੇਜ਼ ਟੂ ਪਾਵਰ m ਰੇਜ਼ ਟੂ ਪਾਵਰ n ਇਜ਼ ਇਕੁਅਲ ਟੂ A ਰੇਜ਼ ਟੂ ਪਾਵਰ m ਮਲਟੀਪਲਾਈਡ ਬਾਈ n। ਹੁਣ ਦੇਖੋ ਇਹਦੇ ਵਿੱਚ ਐਕਸਪੋਨੈਂਟ ਦੇ ਵਿੱਚ ਬੇਸ ਕਿਆ ਸੀ, ਸਾਡੇ ਕੋਲ ਬੇਸ ਹੈ ਸਾਡੇ ਕੋਲ A। ਜੋ ਪਾਵਰ ਨੇ ਉਹ ਇੱਕ ਦੀ ਬਜਾਏ 2 ਪਾਵਰ ਨੇ। ਇੱਕ ਪਾਵਰ ਤੁਹਾਨੂੰ ਬ੍ਰੈਕਟ ਦੇ ਅੰਦਰ ਦਿਖਾਈ ਦੇ ਰਹੀ ਹੈ m, ਇੱਕ ਪਾਵਰ ਬ੍ਰੈਕਟ ਦੇ ਬਾਹਰ ਦਿਖਾਈ ਦੇ ਰਹੀ ਹੈ। ਦੋਨੋਂ ਪਾਵਰਸ ਨੇ ਸਾਡੇ ਕੋਲ A ਦੀਆਂ ਨੇ। ਜਦੋਂ ਸਾਡੇ ਕੋਲ 2 ਪਾਵਰਸ ਆਉਂਦੀਆਂ ਨੇ ਤਾਂ ਅਸੀਂ ਕਿਆ ਕਰਦੇ ਹਾਂ, ਅਸੀਂ ਉਹਨਾਂ ਪਾਵਰਸ ਦੀ ਮਲਟੀਪਲਾਈ ਕਰ ਦਿੰਦੇ ਹਾਂ, ਠੀਕ ਹੈ। ਤਾਂ ਸਾਡੇ ਕੋਲ ਕਿਆ ਬਣ ਗਿਆ A ਰੇਜ਼ ਟੂ ਪਾਵਰ m ਮਲਟੀਪਲਾਈਡ ਬਾਈ n, ਠੀਕ ਹੈ ਜੀ। ਹੁਣ ਇਹਨੂੰ ਆਪਾਂ ਅਪਲਾਈ ਕਿਵੇਂ ਕਰਨਾ, ਇਸ ਲਾਅ ਦੇ ਨਾਲ ਰਿਲੇਟਿਡ ਕੁਐਸਚਨ ਨੂੰ ਕਿਸ ਤਰ੍ਹਾਂ ਸੋਲਵ ਕਰਨਾ ਉਹ ਅਸੀਂ ਅੱਗੇ ਦੇਖਦੇ ਹਾਂ। ਹੁਣ ਸਾਡੇ ਕੋਲ ਕੁਐਸਚਨ ਨੰਬਰ 4 ਕਿਆ ਕਹਿ ਰਿਹਾ ਹੈ ਕਿ ਸੋਲਵ 3 ਰੇਜ਼ ਟੂ ਪਾਵਰ -2
रेज़ टू पावर 3। हुण इत्थे तुहाडे कोल बेस क्या है, बेस इज़ 3, ठीक है। पावर किहड़ियां ने, एक -2 है, एक 3 है। हुण असीं क्या करना है, बेस नूं एक बारी लिख लेना ते पावर्स की क्या कर देनी है, मल्टीप्लाई। पावर्स नूं जदों असीं मल्टीप्लाई कीता -2 नूं 3 नाल तां साडे कोल क्या आ जाएगा, -6। ये की है साडे कोल एक नैगेटिव एक्सपोनेंट। हुण असीं इहनूं किवें एक्सप्रैस कर सकते हैं, वी कैन राइट इट एज 1/3 रेज़ टू पावर 6। हुण साडे कोल इनू सॉल्व करना ईजी हो गया। साडे कोल जिन्नी 3 की पावर 6 है तो असीं 3 नूं 6 टाइम लिख लांगे ते इन्हां दी मल्टीप्लाई कर लांगे। साडे कोल आंसर आ जाएगा 1/729, ठीक है जी। तो ये अपने कोल एक वे है जिहदे नाल असीं सॉल्व करते हैं क्वेश्चनस नूं। जदों साडे कोल एक एक्सपोनेंट दे विच क्या आउंदियां ने, 2 पावर्स ने, बेस दीयां 2 पावर्स ने, तो असीं सब तो पहलां उन्हां पावर्स नूं मल्टीप्लाई करके एक पावर बनाते हैं। उस तो बाद साडा क्वेश्चन जिस तरह सिंपली असीं पहले क्वेश्चन सॉल्व करते आ रहे हैं उस तरह ही हो जाता। जे पावर नैगेटिव आ जाए तो असीं उसनूं कन्वर्ट करांगे पॉजिटिव पावर दे विच। उहदे लई असीं उसनूं 1/, करके लिखते हैं तो जिन्नी पावर है उन्ने टाइम असीं क्या कर लैंदे हैं, उसनूं मल्टीप्लाई कर लैंदे हैं। तो इस तरह साडे कोल इक्वेशन जिहड़ा है सॉल्व हो जाता है। तो ये साडे कोल सीगा ऑल अबाउट द लॉज ऑफ एक्सपोनेंट्स, जो असी 2 लॉज पहला लास्ट लेक्चर किते से डिस्कस, तो बाकी आपाने 3 लॉ अज डिस्कस किते हैं। इस तो बाद एक ध्यान देने वाली जो गल है वो तुहानूं मैं दस्सण जा रही हाँ कि जे किसी भी एक्सपोनेंट दे विच पावर है वो 0 आ जाए तो तुसी उसनूं 0 नहीं लिखना। जे किसी भी एक्सपोनेंट की पावर 0 है तो तुसी उसका क्या आंसर लिखोगे, 1, ठीक है। भी जे अपने को जिवें दिखाई दे रहा स्क्रीन उत्ते a⁻⁴, तो कई स्टूडेंट्स क्या करते हैं भी पावर 0 आ गई तो असी 0 लिख दो, नो दैट इज़ रॉन्ग। तो अपने को जे किसी भी एक्सपोनेंट्स च पावर 0 आ जाती है असी उसनूं 1 दे इक्वल लिखना है, ठीक है। तो ज़्यादा क्लैरिटी दे वास्ते आपां 2 क्वेश्चनस इहदे नाल रिलेटिड जिहड़े ने सॉल्व करते हैं। क्वेश्चन नंबर 5 दे विच देखो ध्यान नाल, तुहानूं स्क्रीन ते दिखाई दे रहा सॉल्व 5⁻0 + 3⁻0 + 2⁻0। इनू असीं सॉल्व करना है। सब तो पहला हुण जिवें मैं तुहानूं दस्सिआ है कि जे किसी भी एक्सपोनेंट च पावर 0 आ जाए तो उसका क्या आंसर आंदा, 1। तो हुण 5⁻0 है तो उहदी जगह ते क्या लिखांगे, 1। उस तो बाद जो तुहानूं मैथेमैटिकली साइन दिता होएगा वो लिख लांगे। जिवें इस क्वेश्चन च क्या दिता होया, प्लस, तो असीं प्लस लिख लिया। 3⁻0 है तो उहदा भी क्या बन गया, 1, ठीक है। उस तो बाद प्लस का साइन है, प्लस लिखांगे। उस तो बाद 2⁻0 है, वह भी क्या बन गया, 1। हुण साडे कोल आ गया 1 + 1 + 1। 1 नूं 3 टाइम जदों असीं ऐड करांगे वी विल गेट 3। ये अपने कोल आंसर है। ये बहुत ही मतलब ईजी क्वेश्चन है जिन्हों कई बच्चे जिहड़े ने स्टूडेंट्स गलत कर देंदे ने एक सिली जी मिसटेक दे नाल, ठीक है। हुण आपां नूं क्लैरिटी हो गई है कि जे किसी दी पावर 0 है तो उन्होंने असी 0 नहीं लिखना, असी क्या लिखना उसकी जगह ते 1, ठीक है। एक आप होर क्वेश्चन करते हैं इस नाल रिलेटिड ताकि होर ज़्यादा क्लैरिटी आ जाए। देखो तुहाडे कोल क्वेश्चन नंबर 6 जो स्क्रीन ते दिखाई दे रहा है, दैट इज़ सॉल्व 3⁻0 × 4⁻0, ठीक है, ब्रैकेट क्लोज, + 5⁻0, ठीक है जी। हुण जो पहला ब्रैकेट आपां नूं गिवन है उन्होंने आपां उस तरह लिख लेना। जिथे साडे कोल पावर 0 सानूं दिखाई दे गई उत्थे असीं की लिख देना, 1। 3 की पावर 0 है उसकी जगह ते असीं क्या लिख देवांगे, 1। उस तो बाद जो साडे कोल साइन दिता होया इत्थे मल्टीप्लाई है तो मल्टीप्लाई लिख लिया। 4⁻0 ਇਹਦਾ मतलब भी क्या हो गया, 1, ब्रैकेट क्लोज, ठीक है। उस तो बाद प्लस 5⁻0 का क्या बन गया, 1। तो हुण आपां नूं पता है कि पहला ब्रैकेट सॉल्व की जाती है। 1 नूं 1 नाल मल्टीप्लाई करांगे वी विल गेट 1 + 1। हुण 1 + 1 इज़ 2,
ਸੋ 2 ਇਜ਼ ਆਰ ਆਨਸਰ। ਠੀਕ ਹੈ, ਬਹੁਤ ਈਜ਼ੀ ਕੁਐਸਚਨ ਸੀ। ਬਸ ਤੁਸੀਂ ਇਹੀ ਧਿਆਨ ਰੱਖਣਾ ਕਿ ਜਿੱਥੇ ਪਾਵਰ 0 ਹੈ ਉਹਦੀ ਜਗ੍ਹਾ ਉੱਤੇ 1 ਲਿਖਣਾ, ਅਤੇ ਜੋ ਮੈਥਮੈਟੀਕਲ ਤੁਹਾਨੂੰ ਸਾਈਨ ਦਿੱਤਾ ਜਾਏਗਾ ਉਹੀ ਤੁਸੀਂ ਅੱਗੇ ਲਿਖਣਾ ਹੈ, ਅਤੇ ਉਸੇ ਅਕੋਰਡਿੰਗ ਤੁਸੀਂ ਉਸਨੂੰ ਸੋਲਵ ਕਰਨਾ ਹੈ। ਆਈ ਹੋਪ ਤੁਹਾਨੂੰ ਇਹ ਜਿਹੜੇ ਲਾਜ਼ ਆਫ ਐਕਸਪੋਨੈਂਟ ਨੇ ਇਹ ਸਾਰੇ ਕਲੀਅਰ ਹੋ ਚੁੱਕੇ ਨੇ, ਅਤੇ ਇਹੀ ਉਮੀਦ ਦੇ ਨਾਲ ਕਿ ਤੁਸੀਂ ਹੁਣ ਇਸ ਚੈਪਟਰ ਦੇ ਬਾਰੇ ਅੱਛੀ ਤਰ੍ਹਾਂ ਜਾਣ ਚੁੱਕੇ ਹੋ ਅਤੇ ਇਹਦੇ ਲਾਜ਼ ਦੇ ਬਾਰੇ ਅੱਛੀ ਤਰ੍ਹਾਂ ਜਾਣ ਚੁੱਕੇ ਹੋ। ਤਾਂ ਮੈਂ ਤੁਹਾਨੂੰ 3-4 ਕੁਐਸਚਨ ਹੈ ਤੁਹਾਡੇ ਐਜ਼ ਏ ਫੋਰ ਪ੍ਰੈਕਟਿਸ ਦੇ ਰਹੀ ਹਾਂ। ਆਈ ਹੋਪ ਤੁਸੀਂ ਇਹ ਸਾਰੇ ਕੁਐਸਚਨਸ ਨੂੰ ਅੱਛੀ ਤਰ੍ਹਾਂ ਸੋਲਵ ਕਰੋਗੇ, ਅਤੇ ਇਹੀ ਕਹਿੰਦੇ ਹੋਏ ਮੈਂ ਆਪਣਾ ਹੁਣ ਇਹ ਟੌਪਿਕ ਜੋ ਹੈ ਫਿਲਹਾਲ ਇੱਥੇ ਹੀ ਖ਼ਤਮ ਕਰਦੀ ਹਾਂ, ਅਤੇ ਅਸੀਂ ਹੁਣ ਨੈਕਸਟ ਵੀਕ ਮਿਲਾਂਗੇ ਇੱਕ ਨਵੇਂ ਟੌਪਿਕ ਦੇ ਨਾਲ। ਟਿਲ ਦੈਨ ਕੀਪ ਸੋਲਵਿੰਗ ਦੀ questions related to the laws of exponents and stay safe. Thank you so much.